ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਸਿੰਘ ਚਾਵਲਾ ਜਿਹਨੂੰ ਲੋਕ ਹੁਣ ਟਰਬਨ ਟਰੈਵਲਰ ਦੇ ਨਾਂ ਤੇ ਜਾਣਦੇ ਨੇ। ਤੇ ਮੇਰਾ ਮੰਨਣਾ ਇਹ ਹੈਗਾ ਕਿ ਉਮਰ ਸਿਰਫ ਇੱਕ ਨੰਬਰ ਹੁੰਦੀ ਹੈ। ਤੁਹਾਡੇ ਹੌਸਲਿਆਂ ਦੀ ਉਡਾਨ ਵਿੱਚ ਜਾਨ ਹੋਣੀ ਚਾਹੀਦੀ ਹੈ। ਮੈਂ ਆਪਣੀ ਕਾਰ ਦੁਆਰਾ ਦਿੱਲੀ ਤੋਂ ਲੰਡਨ ਤਕਰੀਬਨ 30,000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 135 ਦਿਨ ਵਿੱਚ ਲੰਡਨ ਪਹੁੰਚਿਆ ਸੀਗਾ। ਮੇਰੀ ਜਰਨੀਜ਼ ਦਾ ਸਫ਼ਰ ਬਹੁਤ ਲੰਬਾ ਹੈ ਜਿਹੜਾ ਮੈਂ ਇੱਕ ਇੱਕ ਕਰਕੇ ਤੁਹਾਨੂੰ ਅੱਜ ਸ਼ੇਅਰ ਕਰਾਂਗਾ। ਤੇ ਸਭ ਤੋਂ ਪਹਿਲੇ ਗੱਲ ਕਰਨੇ ਆ ਮੇਰੇ ਦਿੱਲੀ ਤੋਂ ਲੰਡਨ ਜਾਣ ਦੀ। ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਨੇ ਕਿ ਤੁਹਾਡੇ ਜਾਣ ਦਾ ਮਕਸਦ ਕੀ ਸੀਗਾ। ਹਰ ਜਰਨੀ ਦਾ ਕੁਛ ਨਾ ਕੁਛ ਮਕਸਦ ਜ਼ਰੂਰ ਹੋਇਆ ਕਰਦਾ ਹੈ। ਮੇਰਾ ਵੀ ਇੱਕ ਮਕਸਦ ਸੀਗਾ, ਪਰ ਮੇਰਾ ਮਕਸਦ ਅਸਲ ਵਿੱਚ ਕੁਝ ਹੋਰ ਸੀ ਤੇ ਬਾਅਦ ਵਿੱਚ ਬਦਲਿਆ। ਜਿਸ ਵਕਤ ਮੈਂ 19 ਸਾਲ ਦਾ ਸੀ ਤੇ ਮੈਨੂੰ ਸ਼ੌਕ ਸੀਗਾ ਗੱਡੀ ਚਲਾਉਣ ਦਾ ਤੇ ਬਾਹਰ ਦੇਸ਼ ਵਿਦੇਸ਼ ਵਿੱਚ ਘੁੰਮਣ ਦਾ ਤੇ ਖਾਸ ਤੌਰ ਤੇ ਮੋਟਰਸਾਈਕਲ ਤੇ ਸਾਰੀ ਦੁਨੀਆ ਵੇਖਣ ਦਾ। ਉਹ ਸ਼ੌਕ ਵੀ ਮੈਨੂੰ ਕਿਸ ਤਰ੍ਹਾਂ ਪਿਆ, ਇੱਕ ਕੁੜੀ ਮੈਨੂੰ ਮਿਲੀ ਦਿੱਲੀ ਦੇ ਵਿੱਚ ਜਿਹੜੀ ਹਾਲੈਂਡ ਤੋਂ ਆਈ ਹੋਈ ਸੀ। ਉਹ ਆਪਣੇ ਬॉयਫ੍ਰੈਂਡ ਨਾਲ ਪੂਰੀ ਦੇਸ਼ ਵਿਦੇਸ਼ ਘੁੰਮ ਰਹੀ ਸੀਗੀ ਬਾਈਕ ਦੇ ਉੱਤੇ। ਉਹਦੀ ਜਰਨੀ ਵੇਖ ਕੇ ਮੈਂ ਬੜਾ ਇੰਸਪਾਇਰ ਹੋਇਆ ਤੇ ਮੈਨੂੰ ਲੱਗਿਆ ਕਿ ਇਹ ਗੋਰੇ ਘੁੰਮ ਸਕਦੇ ਨੇ ਤੇ ਅਸੀਂ ਵੀ ਕਰ ਸਕਦੇ ਹਾਂ। ਤੇ ਉਹ ਜਿਹੜਾ ਇੰਸਪੀਰੇਸ਼ਨ ਸੀਗਾ ਉਹ ਅੰਦਰ ਮੇਰੇ ਘਰ ਕਰ ਗਿਆ। ਮਨ ਹੋਇਆ ਅਸੀਂ ਵੀ ਮੋਟਰਸਾਈਕਲ ਤੇ ਜਾਈਏ ਤੇ ਮੈਂ ਤੇ ਮੇਰੇ ਦੋਸਤ ਨੇ ਅਸੀਂ ਪਲਾਨ ਕੀਤਾ ਜਾਣ ਦਾ। ਲੇਕਿਨ ਜੇ ਘਰ ਵਾਲਿਆਂ ਨੂੰ ਪਤਾ ਲੱਗਿਆ ਤੇ ਤੁਹਾਨੂੰ ਪਤਾ ਹੀ ਹੈ ਕਿ ਘਰ ਵਾਲੇ 19-20 ਸਾਲ ਦੇ ਬੱਚੇ ਨੂੰ ਇੰਨੀ ਲੰਬੀ ਯਾਤਰਾ ਤੇ ਕਿਸ ਤਰ੍ਹਾਂ ਜਾਣ ਦਿੰਦੇ। ਉਹੀ ਹੋਇਆ, ਉਹਨਾਂ ਨੇ ਮਨਾ ਕਰਤਾ। ਮਨ ਦੀ ਮਨ ਵਿੱਚ ਰਹਿ ਗਈ। ਲੇਕਿਨ ਉਹ ਜਨੂਨ ਜਿਹੜਾ ਸੀਗਾ ਉਹ ਕਦੀ ਮੈਂ ਛੱਡਿਆ ਨਹੀਂ। 58 ਸਾਲ ਦੀ ਉਮਰ ਵਿੱਚ ਯਾਨੀ ਕਿ 40 ਸਾਲ ਬਾਅਦ ਜਿਸ ਵਕਤ ਮੈਂ ਆਪਣੀ ਸਾਰੀ ਜ਼ਿੰਮੇਵਾਰੀਆਂ ਉਤਾਰ ਚੁੱਕਿਆ, ਮੇਰੇ ਬੱਚਿਆਂ ਦੇ ਵਿਆਹ ਹੋ ਗਏ, ਬਿਜ਼ਨਸ ਸੈਟਲ ਹੋ ਗਿਆ ਤੇ ਮੈਨੂੰ ਇਹ ਲੱਗਿਆ ਕਿ ਹੁਣ ਮੈਨੂੰ ਉਹ ਸਾਰੇ ਕੰਮ ਕਰਨੇ ਚਾਹੀਦੇ ਨੇ ਜਿਹੜੇ ਕਿ ਮੈਂ ਸੋਚੇ ਸੀਗੇ ਤੇ ਮੈਂ ਨਹੀਂ ਕਰ ਸਕਿਆ। ਤੇ ਮੈਂ ਆਪਣੀ ਇੱਕ ਬਕਟ ਲਿਸਟ ਬਣਾਈ ਜਿਹਦੇ ਉੱਤੇ ਸਭ ਤੋਂ ਪਹਿਲਾਂ ਲਿਖਿਆ ਸੀਗਾ ਕਿ ਮੈਂ ਸਾਰੀ ਦੁਨੀਆ ਘੁੰਮਣਾ ਚਾਹੁੰਦਾ। ਹੁਣ ਉਮਰ ਹੋ ਚੁੱਕੀ ਸੀ, ਹੁਣ ਮੋਟਰਸਾਈਕਲ ਤੇ ਤਾਂ ਘੁੰਮ ਨਹੀਂ ਸਕਦੇ ਸੀਗੇ ਤੇ ਮੋਟਰਸਾਈਕਲ ਜਿਹੜਾ ਸੀਗਾ ਉਹ ਕਾਰ ਵਿੱਚ ਬਦਲ ਗਿਆ। ਕਾਰ ਤੇ ਮੈਂ ਤੇ ਯਾਤਰਾ ਲੰਮੀ ਪਲੈਨਿੰਗ ਵੀ ਕਰਨੀ ਪਈ ਕਿਉਂਕਿ ਇਸ ਤਰ੍ਹਾਂ ਦੀ ਯਾਤਰਾ ਜਿਹੜੀ ਹੈ ਬਿਨਾਂ ਪਲੈਨਿੰਗ ਦੇ ਹੁੰਦੀ ਨਹੀਂ। ਵੀਜ਼ੇ ਵੀ ਲੈਣੇ ਪਏ। ਬਹੁਤ ਲੋਕਾਂ ਦੇ ਦਿਮਾਗ ਵਿੱਚ ਇਹ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਲੰਮੀ ਯਾਤਰਾ ਬਸ ਤੁਸੀਂ ਗੱਡੀ ਚੁੱਕੋ ਤੇ ਰਸਤੇ 'ਚ ਵੀਜ਼ੇ ਮਿਲਦੇ ਜਾਣਗੇ ਤੇ ਤੁਸੀਂ ਚੱਲਦੇ ਜਾਓਗੇ। ਐਸਾ ਬਿਲਕੁਲ ਨਹੀਂ ਹੈ। ਯਾਤਰਾ ਦੇ ਵਾਸਤੇ ਤੇ ਖਾਸ ਤੌਰ ਤੇ ਜਦ ਵਿਦੇਸ਼ ਯਾਤਰਾ ਤੁਸੀਂ ਕਰ ਰਹੇ ਹੋ ਆਪਣੀ ਗੱਡੀ ਦੁਆਰਾ ਤੇ ਬਹੁਤ ਲੰਮੀ ਪਲੈਨਿੰਗ ਕਰਨੀ ਪੈਂਦੀ ਹੈ ਜਿਹਦੇ ਵਿੱਚ ਘੱਟ ਤੋਂ ਘੱਟ 3 ਤੋਂ 4 ਮਹੀਨੇ ਲੱਗਦੇ ਨੇ, ਜਿਹਦੇ ਅੰਦਰ ਪਰਮਿਸ਼ਨਸ, ਵੀਜ਼ਾਸ, ਹੋਰ ਪਲੈਨਿੰਗ ਬਹੁਤ ਕੁਝ ਹੁੰਦਾ ਹੈਗਾ ਜਿਹੜਾ ਕਿ ਮੈਂ ਵੀ ਕੀਤਾ। ਤੇ ਵੀਜ਼ੇ ਸਾਰੇ ਤੁਹਾਨੂੰ ਪਹਿਲੇ ਲੈ ਕੇ ਜਾਣੇ ਪੈਂਦੇ ਨੇ। ਖਾਸ ਤੌਰ ਤੇ ਜਦ ਦਿੱਲੀ ਤੋਂ ਲੰਡਨ ਤੁਸੀਂ ਜਾਂਦੇ ਹੈਗੇ ਹੋ ਤੇ ਉਹਦੇ ਸਾਰੇ ਵੀਜ਼ੇ ਲੈ ਕੇ ਜਾਣੇ ਪੈਂਦੇ ਨੇ। ਹੁਣ ਲੋਕ ਕਹਿਣਗੇ ਤੁਸੀਂ ਭਾਜੀ 30 ਕੰਟਰੀ ਕੀਤੇ ਤੇ 30 ਕੰਟਰੀ ਦੇ ਵੀਜ਼ੇ ਲਿੱਤੇ। ਨਹੀਂ, ਮੈਂ ਸਿਰਫ 7 ਕੰਟਰੀ ਦੇ ਵੀਜ਼ੇ ਲਿੱਤੇ। ਦਿੱਲੀ ਤੋਂ ਲੰਡਨ ਜਾਣ ਦੀ ਯਾਤਰਾ ਜਿਹੜੀ ਸੀ ਉਹ ਅਸੀਂ ਸ਼ੁਰੂ ਕੀਤੀ ਦਿੱਲੀ ਤੋਂ ਲੈ ਕੇ ਪਹਿਲੇ ਨੇਪਾਲ ਵਾਸਤੇ। ਨੇਪਾਲ ਵਿੱਚ ਇੰਡੀਅਨਸ ਨੂੰ ਵੀਜ਼ੇ ਦੀ ਲੋੜ ਨਹੀਂ ਹੁੰਦੀ ਤੇ ਮੈਨੂੰ ਵੀਜ਼ਾ ਨਹੀਂ ਲੈਣਾ ਪਿਆ। ਉਸ ਤੋਂ ਬਾਅਦ ਅਸੀਂ ਗਏ ਚਾਈਨਾ ਤੇ ਪਹਿਲਾ ਵੀਜ਼ਾ ਅਸੀਂ ਲਿੱਤਾ ਚਾਈਨਾ ਦਾ। ਉਸ ਤੋਂ ਬਾਅਦ ਸੈਂਟਰਲ ਏਸ਼ੀਆ ਦੇ 3 ਮੁਲਕ ਜਿਹੜਾ ਕਿ ਕਦੀ ਕਿਸੇ ਵਕਤ ਰਸ਼ੀਆ ਦਾ ਹਿੱਸਾ ਹੋਇਆ ਕਰਦੇ ਸੀਗੇ, 3 ਵੀਜ਼ੇ ਉਹਨਾਂ ਦੇ ਲਿੱਤੇ। ਉਹ ਸੀਗੇ ਕਿਰਗਿਸਤਾਨ, ਕਜ਼ਾਕਿਸਤਾਨ ਤੇ ਉਜ਼ਬੇਕਿਸਤਾਨ। 3 ਤੇ 4 ਹੋ ਗਏ। 5ਵਾਂ ਮੁਲਕ ਆਇਆ ਰਸ਼ੀਆ। 5ਵਾਂ ਅਸੀਂ ਰਸ਼ੀਆ ਦਾ ਵੀਜ਼ਾ ਲਿੱਤਾ। ਯੂਰਪ ਦੇ ਅੰਦਰ ਸ਼ੈਨਗਨ ਵੀਜ਼ਾ ਹੁੰਦਾ ਹੈਗਾ ਜਿਹਦੇ ਅੰਦਰ 26 ਮੁਲਕ ਆਉਂਦੇ ਨੇ ਤੇ 26 ਮੁਲਕਾਂ ਦਾ ਇੱਕੋ ਵੀਜ਼ਾ ਹੁੰਦਾ ਹੈ ਜਿਹਨੂੰ ਆਪਾਂ ਸ਼ੈਨਗਨ ਵੀਜ਼ਾ ਕਹਿੰਦੇ ਹੈਗੇ। ਤੇ ਇੱਕ ਅਸੀਂ ਵੀਜ਼ਾ ਲਿੱਤਾ ਯੂਰਪ ਦਾ ਯਾਨੀ ਕਿ 6ਵਾਂ ਵੀਜ਼ਾ। ਤੇ 7ਵਾਂ ਵੀਜ਼ਾ ਜਿਹੜਾ ਸੀਗਾ ਉਹ UK ਦਾ ਸੀਗਾ। ਇਸ ਤਰੀਕੇ ਨਾਲ ਅਸੀਂ 7 ਵੀਜ਼ੇ ਲੈ ਕੇ ਤੇ 30 ਕੰਟਰੀ ਕ੍ਰਾਸ ਕਰਕੇ ਲੰਡਨ ਦੀ ਯਾਤਰਾ ਸ਼ੁਰੂ ਕੀਤੀ। ਯਾਤਰਾ ਜਿਸ ਵਕਤ ਤੁਸੀਂ ਕੋਈ ਵੀ ਕਰੋ ਉਹਦੇ ਅੰਦਰ ਉਤਾਰ ਚੜਾਅ ਹੁੰਦੇ ਨੇ। ਜਿਸ ਤਰ੍ਹਾਂ ਜੀਵਨ ਦੇ ਅੰਦਰ ਉਤਾਰ ਚੜਾਅ ਹੁੰਦੇ ਨੇ ਉਸ ਤਰ੍ਹਾਂ ਰੋਡ ਦੀ ਜਰਨੀ ਦੇ ਵਿੱਚ ਵੀ ਉਤਾਰ ਚੜਾਅ ਹੁੰਦੇ ਨੇ। ਕਦੀ ਦੁੱਖ, ਕਦੀ ਸੁੱਖ, ਕਦੀ ਰਸਤੇ ਖਰਾਬ, ਕਦੀ ਮੋੜ, ਕਦੀ ਗੱਡੀ ਖਰਾਬ, ਕਦੀ ਐਕਸੀਡੈਂਟ। ਬੜਾ ਕੁਝ ਹੋਇਆ ਇਸ ਯਾਤਰਾ ਦੇ ਵਿੱਚ ਮੇਰੇ ਨਾਲ। 3 ਐਕਸੀਡੈਂਟ ਹੋਏ ਮੇਰੇ। ਲੇਕਿਨ ਹਰ ਐਕਸੀਡੈਂਟ ਤੋਂ ਬਾਅਦ ਇੱਕੋ ਚੀਜ਼ ਦਿਮਾਗ ਵਿੱਚ ਆਉਂਦੀ ਸੀਗੀ ਕਿ ਕੀ ਹੋ ਸਕਦਾ ਸੀ ਜਿਹੜਾ ਕਿ ਗੁਰੂ ਨੇ ਹੱਥ ਦੇ ਕੇ ਰੱਖਿਆ ਤੇ ਉਹ ਨਹੀਂ ਹੋਇਆ ਤੇ ਉਹਦੇ ਨਾਲ ਹੌਸਲਾ ਹੋਰ ਬੁਲੰਦ ਹੁੰਦਾ ਗਿਆ। ਇਹ ਨਹੀਂ ਮੈਂ ਸੋਚਿਆ ਕਿ ਮੇਰੇ ਨਾਲ ਹਾਏ ਇਹ ਕੀ ਹੋ ਗਿਆ, ਬਲਕਿ ਮੈਂ ਇਹ ਸੋਚਿਆ ਕਿ ਵਾਹਿਗੁਰੂ ਨੇ ਮਿਹਰ ਕੀਤੀ, ਹੱਥ ਦੇ ਕੇ ਬਚਾਇਆ ਤੇ ਜੋ ਚੀਜ਼ ਨਹੀਂ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਇਸੇ ਤਰੀਕੇ ਨਾਲ ਛੋਟੇ ਮੋਟੇ ਚੈਲੰਜਸ ਹੋਰ ਵੀ ਸੀ ਜਿਹਦੇ ਵਿੱਚ ਖਾਣੇ ਦਾ ਇੱਕ ਬਹੁਤ ਵੱਡਾ ਚੈਲੰਜ ਸੀਗਾ। ਦਿੱਲੀ ਤੋਂ ਲੰਡਨ ਦੀ ਯਾਤਰਾ ਵਿੱਚ ਖਾਸ ਤੌਰ ਤੇ ਜਿਸ ਵਕਤ ਤੁਸੀਂ ਚਾਈਨਾ ਕ੍ਰਾਸ ਕਰਦੇ ਹੈਗੇ ਹੋ। ਮੈਂ ਚਾਈਨਾ ਘੱਟ ਤੋਂ ਘੱਟ 40 ਵਾਰ ਗਿਆ ਹੋਵਾਂਗਾ ਲੇਕਿਨ ਮੈਂ ਮੇਨਲੈਂਡ ਚਾਈਨਾ ਵਿੱਚ ਗਿਆ ਸੀ ਜਿਹੜੇ ਕਿ ਵੱਡੇ ਵੱਡੇ ਸ਼ਹਿਰ ਹੁੰਦੇ ਸੀਗੇ ਜਿਸ ਤਰ੍ਹਾਂ ਬੀਜਿੰਗ, ਸ਼ੰਘਾਈ, ਕਾਂਝਾਓ।
लेकिन जिस वक्त यह यात्रा की थी, यह सारे पहाड़ी इलाकों की यात्रा सीगी। एक ऐसा रस्ता जिथे कि वैजीटेरियन खाना मिलता ही नहीं सीगा ते नॉन वैज खाना भी उस तरीके का कि जिहड़ा तुसीं खा भी नहीं सकते, क्योंकि उत्थे मीट मिलता है याक का, तो याक का मीट तुसीं हर बंदा नहीं खा सकता, उहदे अंदर बड़ी स्मैल होंदी हैगी। इत्थे तक कि उत्थे दा दुध, उत्थे दा मक्खन, वो भी सारे याक ते उहदे तो बनदा हैगा, इस करके वो भी खाना मुश्किल सीगा। 16 दिन जिहड़े कि असी चाइना विच गुजारे, वो वाकई बड़े मुश्किल भरे सीगे। टॉयलेट्स की प्रॉब्लम सीगी, उत्थे इंडियन स्टाइल टॉयलेट सी, मेरा शरीर भारा सी जिस करके मैं इंडियन स्टाइल टॉयलेट नहीं यूज़ कर सकता सीगा, वैजीटेरियन खाना नहीं सीगा, तो बड़ा ही औखा समय कटिया। लेकिन हौसला फिर भी नहीं टुटिया। जिस वक्त असी चाइना क्रॉस किया तो असी दूसरे मुल्कों में आए तो उत्थे कंपैरेटिवली खाने का मसला हल हो गया। किर्गिस्तान, कजाकिस्तान, उज़बेकिस्तान 3 मुल्क असी यह भी किए। इन्हां दे विच भी साडे बड़े अच्छे एक्सपीरियंसिस रहे, छोटे छोटे एक्सपीरियंसिस। जिस तरह लोगों ने मैंने कहा सीगा कि पुलिस वाले रिश्वत मंगणगे, परेशान करनगे, तुहाडी गड्डी ते ने सारे सिग्नेचर ने या तुहाडी गड्डी कवर हैगी सारी, तो ऐसे भी लोग परेशान करेंगे, पर यकीन मन्नो मैनू किसी ने भी कोई परेशान नहीं किया। मैं एक भी चलान मेरा अज तक, मैनू 3 साल हो गए गड्डी चलाते हुए, किसी भी पुलिस वाले ने मैनू गड्डी का चलान नहीं किया। रोकया जरूर, देखा, हथ मिलाया, फोटो खिंची तो अगे चले गए। ਇਹਦੇ ਨਾਲ ਕੀ ਪਤਾ ਲੱਗਦਾ ਹੈਗਾ? ਇਹਦੇ ਨਾਲ ਪਤਾ ਇਹ ਲੱਗਦਾ ਹੈਗਾ ਕਿ ਲੋਕ ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਆਪਣਾ ਓਪੀਨੀਅਨ ਬਣਾ ਲੈਂਦੇ ਹੈਗੇ, ਖਾਸ ਤੌਰ ਤੇ ਪੁਲਿਸ ਵਾਲੇ, ਕਿ ਪੁਲਿਸ ਵਾਲੇ ਤਾਂ ਮਾੜੇ ਹੀ ਹੁੰਦੇ ਨੇ, ਉਹ ਤਾਂ ਰਿਸ਼ਵਤ ਲੈਣਗੇ ਹੀ ਲੈਣਗੇ, ਲੇਕਿਨ ਐਸਾ ਬਿਲਕੁਲ ਨਹੀਂ ਹੈਗਾ। ਸਾਰੇ ਬੰਦੇ ਇੱਕ ਸਮਾਨ ਨਹੀਂ ਹੁੰਦੇ। ਇਸ ਦੁਨੀਆ ਦੇ ਵਿੱਚ ਲੋਕ ਬਹੁਤ ਚੰਗੇ ਨੇ, ਉਹਨਾਂ ਦੀ ਆਤਮਾ ਬਹੁਤ ਖੂਬਸੂਰਤ ਹੈ। ਇਹ ਮੈਂ ਜਾ ਕੇ ਉੱਥੇ ਖੁਦ ਐਕਸਪੀਰੀਅੰਸ ਕੀਤਾ ਹੈਗਾ। ਕਰਦੇ ਕਰਾਂਦੇ ਅਸੀਂ ਪਹੁੰਚੇ ਰਸ਼ੀਆ। रशिया के अंदर मेरी ज़िंदगी के अंदर एक होर टर्निंग पॉइंट आया। रशिया के अंदर मेरा पूरा खब्बा पासा सुन पैना शुरू हो गया। वो इंडिकेशन सीगा किसी ऐसी वड्डी बीमारी का जिसके अंदर हार्ट प्रॉब्लम भी हो सकती सी, ब्रेन प्रॉब्लम भी हो सकती सी, बड़ा कुछ हो सकता सीगा। मैंने एडवाइस किया गया या तो तुसी हॉस्पिटल एडमिट हो जाओ या इंडिया वापस आ जाओ। हुण असी अपनी गड्डी रशिया के अंदर बेगाने मुल्क के अंदर किहदे कोल छड्ड के जाइए। खैर उस वक्त फिर रिश्ते काम आए जिहड़े कि असी बनाए सी किर्गिस्तान की अंबैसडर नाल। इस पूरी जर्नी दे विच 30 कंट्रियां दे विचों घੱਟ ਤੋਂ घੱਟ 23 कंट्रीज़ दे विच मैं इंडियन अंबैसडर्स नूं मिलिया ते उन्होंने सब ने मेरी बहुत मदद की सी। तो सब तो पहली मदद की किर्गिस्तान के अंबैसडर ने। असी उन्होंने फ़ोन किया, उन्होंने हैल्प की तो मैनू रशिया का वीज़ा जिहड़ा कि मेरा एक्सपायर हो रहा सीगा, असी पहले वो वीज़ा लिया, उसके बाद वो कंट्री क्रॉस किया तो जाके पहुँचे यूरोप ਦਾ ਪਹਿਲਾ ਕੰਟਰੀ ਜਿਹਨੂੰ ਐਸਟੋਨੀਆ ਕਹਿੰਦੇ ਨੇ। ਇਹ ਸਾਰਾ ਕੁਝ ਹੋਇਆ ਉਹ ਅੰਬੈਸਡਰ ਸਾਹਿਬ ਦੀ ਮਦਦ ਨਾਲ। ਐਸਟੋਨੀਆ ਦੇ ਅੰਦਰ ਇੱਕ ਕਰਿਸ਼ਮਾ ਹੀ ਹੋਇਆ ਮੇਰੇ ਨਾਲ। ਗੁਰੂ ਨੇ ਮਿਹਰ ਕੀਤੀ ਤੇ ਜਿਸ ਬੰਦੇ ਦਾ ਸਾਨੂੰ ਪਤਾ ਲੱਗਿਆ ਉਸ ਐਡਰੈਸ ਤੇ ਇੱਕ ਸਰਦਾਰ ਸਾਹਿਬ ਸੀਗੇ ਜਿਨ੍ਹਾਂ ਦਾ ਇੱਕ ਰੈਸਟੋਰੈਂਟ ਸੀਗਾ। ਉਹਨਾਂ ਨੇ ਸਾਡੀ ਗੱਡੀ ਆਪਣੇ ਘਰ ਰੱਖੀ। 1 ਮਹੀਨਾ ਮੇਰੀ ਗੱਡੀ ਉੱਥੇ ਖਲੋਤੀ ਰਹੀ। ਮੈਂ ਫਲਾਈਟ ਫੜ ਕੇ ਇੰਡੀਆ ਵਾਪਸ ਆਇਆ। 1 ਹਫ਼ਤਾ ਮੈਂ ਹਸਪਤਾਲ ਵਿੱਚ ਰਿਹਾ। 3 ਹਫ਼ਤੇ ਮੈਨੂੰ ਰੈਸਟ ਲਈ ਬੋਲਿਆ ਗਿਆ। 4 ਹਫ਼ਤੇ ਦੇ ਬਾਅਦ ਮੈਂ ਬਿਲਕੁਲ ਠੀਕ ਸੀਗਾ। ਹੁਣ ਜ਼ਿੰਦਗੀ ਵਿੱਚ ਕੀ ਹੁੰਦਾ ਹੈ, ਕਦੀ ਕਦੀ ਐਸੇ ਮੋੜ ਆਉਂਦੇ ਨੇ ਜਿਹਦੇ ਅੰਦਰ ਤੁਸੀਂ ਆਪਣੀ ਔਕਾਤ ਤੋਂ ਵੱਡਾ ਪੰਗਾ ਲੈ ਲੈਂਦੇ ਹੈਗੇ ਹੋ ਤੇ ਉਸ ਵਕਤ ਤੁਸੀਂ ਇੱਕ ਲੈਜਿਟੀਮੇਟ ਬਹਾਨਾ ਲੱਭਦੇ ਹੈਗੇ ਹੋ ਆਪਣੀ ਉਸ ਚੀਜ਼ ਨੂੰ ਜਾਂ ਜਰਨੀ ਨੂੰ ਖਤਮ ਕਰਨ ਦਾ। ਮੇਰੇ ਕੋਲ ਵੀ ਇੱਕ ਬਹੁਤ ਖੂਬਸੂਰਤ ਬਹਾਨਾ ਸੀਗਾ ਕਿ ਮੇਰੀ ਤਾਂ ਤਬੀਅਤ ਖਰਾਬ ਹੈਗੀ ਤੇ ਹੁਣ ਮੈਂ ਕੀ ਕਰਾਂਗਾ, ਮੈਂ ਅੱਗੇ ਜਰਨੀ ਨਹੀਂ ਕਰ ਸਕਦਾ। ਪਰ ਮੈਂ ਐਸਾ ਬਿਲਕੁਲ ਨਹੀਂ ਕੀਤਾ। ਉਹਦੀ ਵਜ੍ਹਾ ਇਹ ਸੀਗੀ ਕਿ ਮੇਰਾ ਉਹ ਜਨੂਨ ਉਹ ਇੰਨਾ ਜ਼ਿਆਦਾ ਮਜ਼ਬੂਤ ਸੀਗਾ कि जिसने मैनू ऐसा करन दे उत्ते कभी सोचन भी नहीं दिता। मेरे घर वाले ने भी कहा कि छड्डो हुण तो तुसी कर ली है जर्नी, अद्धी तो तुहाडी हो गई, फिर कभी कर लेना। मैं क्या नहीं, हुण तो असी पूरी जर्नी ख़त्म करनी हैगी। तबीयत ठीक होने के बाद मैं अपने कैमरामैन नाल वापस एस्टोनिया पहुँचा। 1 महीना मेरी गड्डी तो खलोती सी। गड्डी नूं देख के मेरी अखां छतरू आ गए। मैं गड्डी नूं लिटरली हक किया तो मैं अपने कैमरामैन नूं बोलिया कि लिया नक्शा कट। मेरी गड्डी के उत्ते पहले लिखा हुंदा सीगा 23,000 किलोमीटर तो 23 कंट्रीज़। नक्शा असी खोल के गड्डी के बोनट के उत्ते रखा तो मैं उन्होंने क्या गिण किन्ने कंट्रीज़ ने शेनेगन के अंदर 26 कंट्रीज सीगे जिहदे असी 25 कीते। असी ग्रीस नहीं कर सके किसी वजह नाल क्योंकि सानू कोल रोमानिया का वीज़ा नहीं सीगा तो 23 कंट्रीज जिहड़े सीगे 23,000 किलोमीटर वो बदल गए 30 कंट्री के अंदर 30,000 किलोमीटर के विच। सो यह सीगा वो जनून। ਇਹ ਜਨੂਨ ਤੇ ਪਾਗਲਪਨ ਤੁਹਾਡੇ ਵਿੱਚ ਅਗਰ ਕਿਸੇ ਵੀ ਕੰਮ ਵਾਸਤੇ ਹੈਗਾ, ਮੈਂ ਤੇ ਚਲੋ ਇੱਕ ਜਰਨੀ ਕੀਤੀ ਸੀਗੀ। ਜੇ ਤੁਸੀਂ ਜ਼ਿੰਦਗੀ ਦੇ ਅੰਦਰ ਕੋਈ ਵੀ ਐਸਾ ਕੰਮ ਕਰ ਰਹੇ ਹੈਗੇ ਹੋ, ਚਾਹੇ ਆਪਣੇ ਕਰੀਅਰ ਵਾਸਤੇ ਹੋਏ, ਬਿਜ਼ਨਸ ਵਾਸਤੇ ਹੋਏ ਜਾਂ ਕੋਈ ਵੀ ਐਸਾ ਕੰਮ, ਤੁਸੀਂ ਯਕੀਨ ਮੰਨੋ ਕੁਝ ਵੀ ਮੁਸ਼ਕਿਲ ਨਹੀਂ ਹੈਗਾ।
कुछ भी इंपॉसिबल नहीं हैगा, सिर्फ ਜ਼ਰੂਰਤ ਹੈਗੀ ਤੇ ਉਸ ਇੱਛਾ ਸ਼ਕਤੀ ਦੀ। ਵਾਪਸ ਜਾਣ ਤੋਂ ਬਾਅਦ ਫਿਰ ਅਸੀਂ ਸਾਰਾ ਯੂਰਪ ਘੁੰਮੇ ਤੇ ਉਹਦੇ ਅੰਦਰ ਉਹਦੇ ਵਿੱਚ ਬਹੁਤ ਸਾਰੇ ਐਕਸਪੀਰੀਐਂਸਿਸ ਹੋਏ। ਮੈਂ ਬਹੁਤ ਸਾਰੇ ਐਸੇ ਲੋਕਾਂ ਨੂੰ ਮਿਲਿਆ ਜਿਹਦੇ ਬਾਰੇ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ। ਉਹਦੇ ਵਿੱਚ ਸੀਗੇ ਸਭ ਤੋਂ ਪਹਿਲੇ ਹਾਲੀਵੁੱਡ ਦੇ ਸਭ ਤੋਂ ਮਸ਼ਹੂਰ ਤੇ ਵੱਡੇ ਐਕਸ਼ਨ ਸਟਾਰ ਜਿਨ੍ਹਾਂ ਦਾ ਨਾਮ ਹੈ ਆਰਨੋਲਡ ਸ਼ਵਾਰਜ਼ਨੈਗਰ। ਆਰਨੋਲਡ ਸ਼ਵਾਰਜ਼ਨੈਗਰ ਨੂੰ ਮਿਲਣਾ ਵੀ ਕਿਸੇ ਸੁਪਨੇ ਦੇ ਵਰਗਾ ਸੀਗਾ, ਇੱਕ ਐਸਾ ਸੁਪਨਾ ਜਿਹੜਾ ਕਿ ਤੁਸੀਂ ਕਦੀ ਸੋਚਿਆ ਵੀ ਨਾ ਹੋਵੇ ਤਾਂ ਪੂਰਾ ਹੋ ਜਾਏ। ਬਹੁਤ ਹੀ ਇੱਕ ਵੱਡੀ ਸ਼ਖਸੀਅਤ ਦੇ ਮਾਲਕ ਸੀਗੇ ਆਰਨੋਲਡ ਸ਼ਵਾਰਜ਼ਨੈਗਰ ਤੇ ਡਾਊਨ ਟੂ ਅਰਥ ਇੰਨਾ ਵੱਡਾ ਆਦਮੀ ਹੋ ਕੇ ਜਿਸ ਤਰੀਕੇ ਦਾ ਉਹਦਾ ਸੁਭਾਅ ਸੀਗਾ ਉੱਥੇ ਜਾ ਕੇ ਮੈਂ ਦੇਖਿਆ ਹੈ, ਮੈਂ ਅਨੁਭਵ ਕੀਤਾ ਹੈ। ਮੈਨੂੰ ਲੱਗਦਾ ਸੀਗਾ ਕਿ ਇਹ ਪੂਰੇ ਟ੍ਰਿਪ ਦੇ ਅੰਦਰ ਸਭ ਤੋਂ ਵੱਡਾ ਐਕਸਪੀਰੀਅੰਸ ਤੇ ਸਭ ਤੋਂ ਵੱਡੀ ਖੁਸ਼ੀ ਮੈਨੂੰ ਸ਼ਾਇਦ ਆਰਨੋਲਡ ਸ਼ਵਾਰਜ਼ਨੈਗਰ ਨੂੰ ਮਿਲ ਕੇ ਹੀ ਹੋਈ, ਲੇਕਿਨ ਮੈਨੂੰ ਨਹੀਂ ਪਤਾ ਸੀਗਾ ਕਿ ਇਸ ਤੋਂ ਹੋਰ ਵੱਡੀਆਂ ਚੀਜ਼ਾਂ ਮੇਰਾ ਇੰਤਜ਼ਾਰ ਕਰ ਰਹੀਆਂ ਨੇ। ਆਰਨੋਲਡ ਸ਼ਵਾਰਜ਼ਨੈਗਰ ਨੂੰ ਅਸੀਂ ਮਿਲੇ, ਉਹਨਾਂ ਨੇ ਸਾਡੀ ਗੱਡੀ ਤੇ ਸਵਾਈਨ ਕੀਤੇ, ਉਸ ਤੋਂ ਉਪਰੰਤ ਅਸੀਂ ਅੱਗੇ ਵੱਲ ਤੁਰ ਪਏ। ਡੈਨਮਾਰਕ ਦੇ ਵਿੱਚ ਮੈਂ ਆਪਣੀ ਗੱਡੀ ਖੜੀ ਕੀਤੀ ਗੱਡੀ ਦਾ ਡੀਜ਼ਲ ਪਵਾਉਣ ਵਾਸਤੇ ਤੇ ਅਚਾਨਕ ਇੱਕ ਲੇਡੀ ਮੇਰੇ ਕੋਲ ਆਉਂਦੀ ਹੈ ਤੇ ਉਹਦੇ ਨਾਲ ਇੱਕ ਛੋਟਾ ਜਿਹਾ ਬੱਚਾ ਹੁੰਦਾ ਹੈ। ਉਹ ਇਹ ਕਹਿੰਦੀ ਹੈ ਕਿ ਮੇਰਾ ਬੇਟਾ ਤੁਹਾਡੀ ਗੱਡੀ ਵਿੱਚ ਬਹਿਣਾ ਚਾਹੁੰਦਾ ਹੈਗਾ, ਕਿ ਕਿਆ ਉਹ ਗੱਡੀ 'ਚ ਬਹਿ ਸਕਦਾ ਹੈ? ਮੈਂ ਕਿਹਾ ਜ਼ਰੂਰ ਬਹਿ ਸਕਦਾ ਹੈਗਾ। ਉਹ ਆਇਆ ਤੇ ਉਹ ਸਭ ਤੋਂ ਪਹਿਲੇ ਖੱਬੇ ਹੱਥ ਵਾਲੇ ਪਾਸੇ ਸਟੀਅਰਿੰਗ ਲੱਭਣਾ ਸ਼ੁਰੂ ਹੋ ਗਿਆ, ਕਿਉਂਕਿ ਯੂਰਪ ਦੇ ਅੰਦਰ ਗੱਡੀਆਂ ਦਾ ਸਟੀਅਰਿੰਗ ਖੱਬੇ ਪਾਸੇ ਹੁੰਦਾ ਹੈ ਤੇ ਸਾਡੀ ਇੰਡੀਅਨ ਗੱਡੀ ਸੀ, ਸਾਡਾ ਸਟੀਅਰਿੰਗ ਰਾਈਟ ਪਾਸੇ ਸੀਗਾ। ਉਹਨੂੰ ਉੱਥੋਂ ਸਟੀਅਰਿੰਗ ਨਾਲ ਲੱਭੇ, ਉਹ ਵਿਚਾਰਾ ਛੋਟਾ ਬੱਚਾ ਹੈਰਾਨ ਪਰੇਸ਼ਾਨ ਹੋ ਗਿਆ। ਉਹਦੇ ਬਾਅਦ ਉਹ ਘੁੰਮ ਕੇ ਮੇਰੇ ਇਸ ਪਾਸੇ ਆਇਆ ਤੇ 3-4 ਚੱਕਰ ਉਹਨੇ ਗੱਡੀ ਦੇ ਲਗਾਏ। ਉਹਦੇ ਬਾਅਦ ਉਹ ਹੱਸਣਾ ਸ਼ੁਰੂ ਹੋ ਗਿਆ, ਫਿਰ ਉਹ ਗੱਡੀ ਵਿੱਚ ਬੈਠਾ, ਉਹਨੇ ਕਲੈਪਿੰਗ ਸ਼ੁਰੂ ਕਰਤੀ ਤੇ ਉਹ ਥੋੜ੍ਹਾ ਜਿਹਾ ਵੀਅਰਡ ਬਿਹੇਵ ਕਰ ਰਿਹਾ ਸੀਗਾ। ਐਨੀਵੇ ਥੋੜ੍ਹੀ ਦੇਰ ਦੇ ਬਾਅਦ ਉਹ ਬੱਚਾ ਚਲਾ ਜਾਂਦਾ ਹੈ। ਉਹਦੇ ਬਾਅਦ ਮੈਂ ਉਹਦੀ ਮਾਂ ਨੂੰ ਪੁੱਛਿਆ ਕਿ ਕਿਆ ਤੁਹਾਡਾ ਬੇਟਾ ਮੇਰੀ ਗੱਡੀ ਦੇ ਉੱਤੇ ਸਾਈਨ ਕਰ ਸਕਦਾ ਹੈ? ਤੇ ਉਹਨੇ ਕਿਹਾ ਹਾਂ ਜ਼ਰੂਰ ਕਰ ਸਕਦਾ ਹੈ। ਤੇ ਉਹਨੇ ਆਪਣੇ ਛੋਟੇ ਹੱਥਾਂ ਨਾਲ ਉਂਗਲੀਆਂ ਨਾਲ ਲਿਖਿਆ NOAH, ਉਹਦਾ ਨਾਂ ਸੀ ਨੋਆ, ਤੇ ਉਹਦੀ ਮਾਂ ਨੇ ਥੱਲੇ ਲਿਖਿਆ ਨੋਵਾ ਐਂਡ ਕੰਪਨੀ। ਤੇ ਉਹਦੇ ਬਾਅਦ ਉਹ ਮੁੰਡਾ ਪਤਾ ਨਹੀਂ ਕਿੱਥੇ ਚਲਾ ਗਿਆ। ਤੇ ਮੈਂ ਉਹਦੀ ਮਾਂ ਨੂੰ ਪੁੱਛਿਆ ਕਿ ਤੁਹਾਡਾ ਬੇਟਾ ਕਿੱਥੇ ਗਿਆ, ਤੇ ਮੈਂ ਉਹਦੇ ਨਾਲ ਇੱਕ ਫੋਟੋ ਵੀ ਖਿਚਾਉਣੀ ਹੈਗੀ। ਤੇ ਉਸ ਵਕਤ ਜਿਹੜੀ ਉਹਦੀ ਮਾਂ ਨੇ ਜੋ ਮੈਨੂੰ ਗੱਲ ਕੀਤੀ, ਉਸਨੇ ਮੇਰੀ ਪੂਰੀ ਸੋਚ ਹੀ ਬਦਲ ਦਿੱਤੀ। ਉਹਨੇ ਮੈਨੂੰ ਇਹ ਦੱਸਿਆ ਕਿ ਮੇਰਾ ਇਹ ਬੇਟਾ ਜਿਹਦਾ ਨਾਮ ਨੋਆ ਹੈ ਉਹ ਮੈਂਟਲੀ ਚੈਲੰਜ ਹੈ, ਉਹ ਸਪੈਸ਼ਲ ਚਾਈਲਡ ਸੀਗਾ ਤੇ ਮੈਂ ਇਹਨੂੰ ਇੰਨਾ ਖੁਸ਼ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖਿਆ। ਖਾਸ ਤੌਰ ਤੇ ਪਿਛਲੇ 1 ਸਾਲ ਵਿੱਚ ਉਹ ਇੰਨਾ ਖੁਸ਼ ਕਦੇ ਵੀ ਨਹੀਂ ਹੋਇਆ। ਉਹਦੀ ਗੱਲ ਸੁਣ ਕੇ ਮੇਰੀ ਅੱਖਾਂ ਦੇ ਅੰਦਰੋਂ ਅੱਥਰੂ ਨਾ ਰੁਕਣ, ਕਿਉਂਕਿ ਮੈਨੂੰ ਇਹ ਲੱਗਿਆ ਕਿ ਸ਼ਾਇਦ ਮੇਰੀ ਇਹ ਪੱਗ ਸੀ ਜਾਂ ਰਾਈਟ ਹੈਂਡ ਲੈਫਟ ਹੈਂਡ ਗੱਡੀ ਸੀ ਜਾਂ ਮੇਰੀ ਗੱਡੀ ਦੇ ਉੱਤੇ ਸਿਗਨੇਚਰ ਸੀ ਜਾਂ ਮੇਰਾ ਸਿੱਖੀ ਸਰੂਪ ਸੀਗਾ, ਉਹਦੀ ਕੋਈ ਵੀ ਵਜ੍ਹਾ ਹੋ ਸਕਦੀ ਹੈਗੀ। ਲੇਕਿਨ ਅਗਰ ਕਿਸੇ ਵੀ ਵਜ੍ਹਾ ਨਾਲ ਇੱਕ ਛੋਟੇ ਬੱਚੇ ਦੇ ਚਿਹਰੇ 'ਤੇ ਅਗਰ ਮੈਂ ਮੁਸਕਾਨ ਲਿਆ ਸਕਿਆ ਤੇ ਮੈਨੂੰ ਲੱਗਿਆ ਕਿ ਸ਼ਾਇਦ ਮੇਰੇ ਪੂਰੇ ਟ੍ਰਿਪ ਦਾ ਮਕਸਦ ਇੱਥੇ ਹੀ ਪੂਰਾ ਹੋ ਗਿਆ। ਜਿੰਨੀ ਖੁਸ਼ੀ ਮੈਨੂੰ ਆਰਨੋਲਡ ਸ਼ਵਾਰਜ਼ਨੈਗਰ ਨੂੰ ਮਿਲ ਕੇ ਨਹੀਂ ਹੋਈ ਸੀ, ਉਸ ਤੋਂ ਵੱਧ ਖੁਸ਼ੀ, ਉਸ ਤੋਂ ਵੱਧ ਸਕੂਨ ਮੈਨੂੰ ਉਸ ਬੱਚੇ ਨੂੰ ਮਿਲ ਕੇ ਤੇ ਉਹਦੇ ਮੇਰੀ ਗੱਡੀ ਦੇ ਉੱਤੇ ਸਾਈਨ ਕਰਨ ਨਾਲ ਮਿਲਿਆ। ਇਹ ਸਾਰੇ ਜ਼ਿੰਦਗੀ ਦੇ ਇੱਕ ਐਸੇ ਅਨੁਭਵ ਨੇ ਜਿਹੜੇ ਤੁਸੀਂ ਸਿੱਖਦੇ ਹੋ ਜਦ ਤੁਸੀਂ ਘਰੋਂ ਬਾਹਰ ਨਿਕਲਦੇ ਹੈਗੇ ਹੋ। ਆਪਣੇ ਘਰ ਦੇ ਵਿੱਚ ਰਹਿਣਾ ਇੱਕ ਖੂਹ ਦੇ ਡੱਡੂ ਦੇ ਸਮਾਨ ਹੁੰਦਾ ਹੈ। ਦੁਨੀਆ ਬਹੁਤ ਵੱਡੀ ਹੈ। ਜਿਸ ਵਕਤ ਦੁਨੀਆ ਦੇਖਣ ਲਈ ਤੁਸੀਂ ਬਾਹਰ ਨਿਕਲਦੇ ਹੈਗੇ ਹੋ, ਤੁਹਾਨੂੰ ਬਹੁਤ ਅਲੱਗ-ਅਲੱਗ ਕਿਸਮ ਦੇ ਐਕਸਪੀਰੀਅੰਸ ਹੁੰਦੇ ਨੇ। ਇੱਕ ਹੋਰ ਐਕਸਪੀਰੀਅੰਸ ਹੋਇਆ ਅੱਗੇ ਜਾ ਕੇ ਮੈਨੂੰ ਇਟਲੀ ਦੇ ਵਿੱਚ। ਇਟਲੀ ਦੇ ਵਿੱਚ ਅਸੀਂ 1 ਦਿਨ ਵਾਸਤੇ ਰੁਕਣਾ ਸੀਗਾ ਤੇ ਉੱਥੇ ਜਿਨ੍ਹਾਂ ਦੇ ਅਸੀਂ ਘਰ ਰੁਕੇ ਸੀਗੇ ਉਹਨਾਂ ਦਾ ਘਰ ਬਿਲਕੁਲ ਪੁਰਾਣੀ ਸਿਲਕ ਰੋਡ ਦੇ ਉੱਤੇ ਸੀਗਾ। ਜਿਹੜਾ ਪੁਰਾਣਾ ਸਿਲਕ ਰੂਟ ਹੁੰਦਾ ਸੀਗਾ, ਉਹਦੀ ਜਿਹੜੀ ਸਿਲਕ ਰੋਡ ਸੀ ਉਸ ਸੜਕ ਦੇ ਉੱਤੇ ਉਹਨਾਂ ਦਾ ਮਕਾਨ ਸੀਗਾ। ਬਹੁਤ ਸੋਹਣਾ ਉਹਨਾਂ ਦਾ ਘਰ ਬਣਿਆ ਸੀਗਾ। ਉਹ Airbnb ਦਾ ਅਪਾਰਟਮੈਂਟ ਸੀ। ਅਸੀਂ ਇੱਕ ਰਾਤ ਲਈ ਉੱਥੇ ਰੁਕੇ। ਮੇਰੀ ਗੱਡੀ ਦੇ ਅੰਦਰ ਕੁਝ ਪ੍ਰੋਬਲਮ ਸੀ ਤੇ ਇੱਕ ਬੈਲਟ ਮੇਰੀ ਆਣੀ ਸੀਗੀ ਇੰਡੀਆ ਤੋਂ, ਜਿਹੜੀ ਇੰਜਨ ਦੀ ਬੈਲਟ ਹੁੰਦੀ ਹੈਗੀ, ਤੇ ਅਸੀਂ ਨੈਕਸਟ ਡੇ ਸਵੇਰੇ ਜਾਣਾ ਹੀ ਸੀਗਾ ਨੀਸ। ਉਹ ਘਰ ਦੀ ਜਿਹੜੀ ਮਾਲਕਨ ਸੀਗੀ ਉਹ ਇੱਕ ਔਰਤ ਸੀਗੀ। ਉਹਨੇ ਜਦ ਮੇਰੀ ਗੱਡੀ ਦੇਖੀ ਤੇ ਬੜੀ ਖੁਸ਼ ਹੋਈ ਤੇ ਉਹਨੇ ਕਿਹਾ ਕਿ ਸਾਡੇ ਘਰ ਤੁਸੀਂ ਹੋਰ ਠਹਿਰੋ। ਤੇ ਮੈਂ ਉਹਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਨਹੀਂ ਠਹਿਰ ਸਕਦਾ। ਤੇ ਉਹਨੇ ਵਜ੍ਹਾ ਪੁੱਛੀ, ਮੈਂ ਉਹਨੂੰ ਵਜ੍ਹਾ ਦੱਸੀ। ਅੱਧਾ ਘੰਟਾ ਉਹਨੇ ਕੰਪਿਊਟਰ 'ਤੇ ਲਗਾਇਆ। ਉਹਦੇ ਬਾਅਦ ਉਹਨੇ ਮੈਨੂੰ ਕਿਹਾ ਕਿ ਅਮਰਜੀਤ, ਇਹ ਫਲਾਣਾ ਬੰਦਾ ਹੈ, ਕੱਲ੍ਹ ਤੁਸੀਂ ਜਾਓਗੇ ਸਵੇਰੇ ਤੁਹਾਡੀ ਇੱਥੇ ਬੈਲਟ ਤੁਹਾਨੂੰ ਮਿਲ ਜਾਏਗੀ ਤੇ ਤੁਹਾਡੀ ਗੱਡੀ ਫਿਕਸ ਕਰ ਦੇਣਗੇ, ਲੇਕਿਨ ਇੱਕ ਸ਼ਰਤ ਹੈਗੀ। ਮੈਂ ਕਿਹਾ ਦੱਸੋ? ਉਹ ਕਹਿੰਦੀ ਤੁਹਾਨੂੰ ਸਾਡੇ ਘਰ ਇੱਥੇ 2-3 ਦਿਨ ਹੋਰ ਰੁਕਣਾ ਪਏਗਾ ਤੇ ਤੁਹਾਨੂੰ ਇਹਦੇ ਪੈਸੇ ਦੇਣ ਦੀ ਵੀ ਲੋੜ ਨਹੀਂ, ਯੂ ਆਰ ਮਾਈ ਗੈਸਟ। ਅਸੀਂ ਚਾਹੁੰਦੇ ਸੀ ਕਿ ਲੋਕਾਂ ਦੇ ਨਾਲ ਠਹਿਰਨਾ, ਲੋਕਾਂ ਤੋਂ ਅਸੀਂ ਚਾਹੁੰਦੇ ਸੀ ਅਲੱਗ-ਅਲੱਗ ਲੋਕਾਂ ਦੇ ਨਾਲ ਠਹਿਰਨਾ ਤੇ ਨਵੇਂ ਐਕਸਪੀਰੀਐਂਸਿਸ ਗੇਨ ਕਰਨੇ। ਤੇ ਮੈਂ ਉਹਦੀ ਜਿਹੜੀ ਹੈ ਪੇਸ਼ਕਸ਼ ਸੀ ਮਨਜ਼ੂਰ ਕਰ ਲਈ। ਮੈਂ ਗਿਆ ਗੱਡੀ ਠੀਕ ਕਰਾ ਕੇ। ਜਿਸ ਵਕਤ ਮੈਂ ਗੱਡੀ ਵਾਲਿਆਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਮੇਰੇ ਕੋਲ ਪੈਸੇ ਵੀ ਨਹੀਂ ਲਏ। ਮੈਂ ਉਹਨਾਂ ਦੇ ਘਰ ਆਇਆ, ਸ਼ਾਮ ਦਾ ਵਕਤ ਸੀਗਾ। ਮੈਂ ਉਹਦੀ ਬੇਟੀ ਨੂੰ ਪੁੱਛਿਆ ਤੇਰੀ ਮੰਮੀ ਕਿੱਥੇ ਹੈ? ਤੇ ਉਹਨਾਂ ਕਿਹਾ ਕਿ ਅੰਦਰ ਹੋਏਗੀ। ਅਸੀਂ ਅੰਦਰ ਗਏ। ਅੰਦਰ ਡਰਾਇੰਗ ਰੂਮ ਦੇ ਅੰਦਰ ਪਿਚ ਡਾਰਕ ਸੀ। ਅਚਾਨਕ ਰੋਸ਼ਨੀ ਹੁੰਦੀ ਹੈ ਤੇ ਉਹਦੀ ਮਾਂ ਜਿਹਦਾ ਨਾਮ ਪੌਲਾ ਸੀਗਾ, ਉਹ ਆਪਣੇ ਹੱਥ 'ਚ ਕੇਕ ਫੜ ਕੇ ਤੇ ਆ ਜਾਂਦੀ ਹੈ। ਉਸ ਦਿਨ ਮੇਰੀ ਮੈਰਿਜ ਐਨਵਰਸਰੀ ਸੀ। ਨਾ ਜਾਣੇ ਉਸਨੂੰ ਕਿਸ ਤਰ੍ਹਾਂ ਪਤਾ ਲੱਗਿਆ, ਸ਼ਾਇਦ ਸਾਡੇ ਕਰੂ ਤੋਂ ਪਤਾ ਲੱਗਿਆ ਜਾਂ ਕਿਸ ਤਰ੍ਹਾਂ ਉਹਨੇ ਦੇਖਿਆ, ਮੇਰੇ ਸੋਸ਼ਲ ਮੀਡੀਆ ਤੋਂ ਦੇਖਿਆ। ਉਸ ਲੜਕੀ, ਉਸ ਲੇਡੀ ਨੇ ਜਿਹੜੀ ਕਿ ਮੈਨੂੰ ਜਾਣਦੀ ਤੱਕ ਨਹੀਂ ਸੀ, ਉਹਨੂੰ ਨਹੀਂ ਪਤਾ ਸੀ ਮੇਰਾ ਪਿਛੋਕੜ ਕੌਣ ਹੈ, ਮੈਂ ਕਿੱਥੋਂ ਆਇਆ।
पर एक अनकंडीशनल प्यार ऐसा सीगा जिस तरह ਜਿਹੜਾ पर एक अनकंडीशनल प्यार ਜਿਹੜਾ ਉਹਨੇ ਮੈਨੂੰ ਦਿੱਤਾ ਮੇਰਾ ਮੈਰਿਜ ਐਨੀਵਰਸਰੀ ਨੂੰ ਸੈਲੀਬ੍ਰੇਟ ਕਰਕੇ ਉਹ ਜ਼ਿੰਦਗੀ ਦੇ ਅੰਦਰ ਇੱਥੇ ਖੁਦ ਗਿਆ ਕਦੀ ਭੁੱਲ ਨਹੀਂ ਸਕਦਾ। ਇਹ ਸਾਰੇ ਐਕਸਪੀਰੀਐਂਸਿਸ ਜਿਸ ਵਕਤ ਤੁਹਾਡੀ ਜ਼ਿੰਦਗੀ ਦੇ ਅੰਦਰ ਘਟਦੇ ਨੇ ਤੇ ਤੁਹਾਡੀ ਜ਼ਿੰਦਗੀ ਜੀਣ ਦੀ ਤੇ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਹੌਲੇ ਹੌਲੇ ਬਦਲਣਾ ਸ਼ੁਰੂ ਹੋ ਜਾਂਦਾ ਹੈਗਾ। ਗੁਰੂ ਨਾਨਕ ਸਾਹਿਬ ਦਾ ਆਖਣਾ ਸੀਗਾ ਜੇ ਰੱਬ ਨੂੰ ਲੱਭਣਾ ਹੈ ਤੇ ਮਨੁੱਖ ਦੀ ਸੇਵਾ ਕਰੋ ਤੇ ਮਨੁੱਖ ਜਿਹੜੇ ਨੇ ਜਿਹੜੀ ਇਨਸਾਨੀਅਤ ਹੈ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈਗੀ। ਅਸੀਂ ਆਪਣੇ ਘਰਾਂ 'ਚ ਰਹਿੰਦੇ ਹਾਂ, ਅਸੀਂ ਆਪਣੇ ਕੰਮਾਂ 'ਚ ਮਸਰੂਫ ਰਹਿੰਦੇ ਹਾਂ, ਲੋਕਾਂ ਨੂੰ ਘੱਟ ਮਿਲਦੇ ਹਾਂ, ਇਸ ਕਰਕੇ ਸਾਨੂੰ ਉਹਨਾਂ ਚੀਜ਼ਾਂ ਦਾ ਐਕਸਪੀਰੀਅੰਸ ਨਹੀਂ ਹੁੰਦਾ। ਲੇਕਿਨ ਜਿਸ ਵਕਤ ਤੁਸੀਂ ਐਸੇ ਲੋਕਾਂ ਨੂੰ ਮਿਲਦੇ ਹੈਗੇ ਹੋ ਜਿਹੜੇ ਕਿ ਤੁਹਾਨੂੰ ਨਾ ਜਾਣਨ ਦੇ ਬਾਵਜੂਦ ਵੀ ਤੁਹਾਨੂੰ ਪਿਆਰ ਦਿੰਦੇ ਨੇ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਉਹ ਵਰਡ याद आ जाते हैं कि इंसानियत सब तो बड़ी चीज़ है। ऐसी तरीके नाल घट्टो घट्ट 70 कहानियां ने जिहड़ी मेरे दिल के अंदर कैद ने, जे मैं सारी सुनान बैठिया तो सवेर हो जानी है। जिहड़ी खास गल्लां सीगियां मैं तुहाडे नाल शेयर कीतियां, लेकिन हले होर भी बड़ा कुछ पिया है। यह तो सीगा मेरी जिंदगी का पहला हिस्सा जिहड़ा कि मैं वो जर्नी की सी अपने शौक नूं पूरा करने वास्ते, पर मेरी डेस्टिनी ने कुछ होर ही मंजूर करके रखा सी मेरे वास्ते। असी पहुँचते हाँ लंडन पहुँच के लगता कि हुण ठीक ठाक असी आ गए, गुरुद्वारा साहब के दर्शन किए तो यह की होया जर्नी खत्म हो गई। लेकिन वास्तव के अंदर उत्थों जर्नी खत्म नहीं सी, उत्थों तो जर्नी मेरी शुरू होनी सी। मैं लंडन तो वापस इंडिया आया, यह सीगा सन 2019। वापस आके मैनू यह पता लग्या कि गुरु नानक देव जी महाराज का 550वां प्रकाश पुरब आ रहा है। तो मैनू किसी एक प्रेस रिपोर्टर ने एक सवाल पूछा सीगा उत्थे जर्मनी दे विच कि तुसी अपना मुल्क देखा है जो तुसी सारी दुनिया घूम रहे हो। तो मैं उन्होंने कहा हाँ मैं देखा। तो उन्होंने मैंने पूछा किन्ने तुहाडे स्टेट्स ने, तो यकीन मनियो मैनू नहीं याद सीगा कि इंडिया के अंदर 29 स्टेट्स ने। तो मैं थोड़ा शर्मिंदा भी सी, थोड़ा गुस्से में भी सी। तो मैं रिपोर्टर को कहा हाँ मैनू पता है कि 29 स्टेट्स ने, तो मैं सब तो पहले जाके अपने पूरे 29 स्टेट्स कराँगा। तो उस तो बाद क्योंकि मैं अमेरिका 5 साल रहा तो वह बंदा अमेरिकन सीगा रिपोर्टर, मैं कहा मैं तेरे मुल्क में आऊँगा तो तेरे 50 स्टेट भी मैं पूरे कराँगा। सो एक चैलेंज सीगा या गुस्सा सीगा जिहड़ा उस वक्त निकल गया, लेकिन वो जिहड़ा चैलेंज मैनू दे के आया सीगा वो मेरे गुरु ने वो पूरा कराना सीगा। जिस वक्त असी गुरु साहब की यात्रा के बारे सुनिया तो देखा कि 29 स्टेटां दे विचों 27 स्टेट के अंदर गुरु नानक देव जी महाराज गए सीगे। असी मन च धारिया कि 27 गए असी 29 पूरे करांगे। मैं तो मेरी मिसिस ने 8 महीने तक 44,000 किलोमीटर की यात्रा उस तो बाद 2019-20 गुरु नानक देव जी की उदासियां दे उत्ते कीती। वो एक अलग किस्म का अनुभव सीगा। वो अनुभव ऐसा सीगा कि जे मैं ना करता तो शायद मैं अपनी जिंदगी के सिक्के का दूसरा हिस्सा कभी देख ही ना सकता। अक्सर लोग कहते हैं, पढ़ते हैं, सुनते हैं कि जिंदगी जीने वास्ते की चाहिए हैगा, 2 फुलके तो रात सोने वास्ते छत, पर यह सारा किताबी ज्ञान सी मेरे लिए। लेकिन यह 8 महीनों के अंदर मैं लिटरली वो जिंदगी जीती है। असी रोज़ मियाँ बीबी गुरुद्वारे के कमरिਆਂ 'ਚ रुकते ਸੀਗੇ सराह ਦੇ, वो चंगे भी होंदे सी माड़े भी होंदे ਸੀਗੇ। लंगर के 2 फुलके भी माशाअल्लाह वड्डे होंदे ने, वो 2 फुलके खांदे सीगे ते वो 2 फुलके ते रात रहन वास्ते छत मैं 8 महीने तक गुजारी है। वो हिस्सा जिंदगी का वो मैनू यह सिखा गया कि घट रिसोर्सिस दे विच जिंदगी किस तरह जीती जा सकती हैगी। असी सारे ऐशो आराम की जिंदगी जीण वाले जे उस तरह का अनुभव ना करिए तो अपने बच्चों को ना कराइए तो साड़ी जिंदगी कभी पूरी नहीं होएगी। मैनू गुरु ने वो भी सिखाया, वो भी सोची पाई। उस तो बाद 2020 दे विच धन धन श्री गुरु तेग बहादुर साहब जी का 400वां प्रकाश पुरब आया। असी वो यात्रा भी की जिहड़ी घट्ट तो घट्ट 29,000 किलोमीटर की सी, जिहदे अंदर सानू पूरे करने में 5 महीने लग गए। हुण यह 2 यात्रावां करने तो बाद लोग मैनू पुछते हैं कि अगे की ते अगे 197 कंट्री ने पूरे वर्ल्ड दे विच। ते मेरी अंदर की इच्छा हैगी कि सब तो पहले तो मैं अपने 10 गुरुओं का जोड़ा इतिहास है, 10 गुरुओं की यात्रा जी है मैं वो पूरी कराँगा, जिहदे विच मैं 2 गुरु साहब की कर चुकिया। तो हुण इसी महीने असी कलगीधर पातशाह धन धन श्री गुरु गोबिंद सिंह जी महाराज की यात्रा भी शुरू कर रहे हैं, जी कि वो भी 6 महीने की यात्रा होगी, जिसके अंदर 200 गुरुद्वारा साहब होंगे जिहदे आप लोग दर्शन कर सकोगे। तो उस तो उपरांत ਜਿਹੜੇ 197 कंट्री ने जिहदे मैं 87 कंट्रीज़ मैं घूम चुकिया हाँ, 110 बाकी ने तो मैं वो भी पूरे करने ने। जे मैं पूरा कर सकना हाँ इस किस्म का, तो जे मैं इस तरीके का उपराला कर सकना हाँ या इस उम्र के अंदर इतना बड़ा चैलेंज लै सकना हाँ, तो आप सारे तो यंग हो, आप तो जिंदगी में कुछ भी कर सकते हैगे हो। लेकिन एक चीज़ याद रखने वाली हैगी कि किसी भी शौक नूं, किसी भी सुपने नूं, किसी भी ऐसी चीज़ नूं जो जिंदगी तुसी करना चाहो जे अध विचकार छड्ड दोगे तो कभी पूरी नहीं होएगी।
ਅੰਗਰੇਜ਼ੀ ਵਿੱਚ ਇੱਕ ਕਹਾਵਤ ਹੈ 99% ਸਕਸੈਸ ਇਜ਼ 100% ਫੇਲਿਓਰ। ਯਾਨੀ ਕਿ ਪਾਣੀ ਵੀ ਜਿਹੜਾ ਹੈਗਾ ਉਹ ਵੀ 100 ਡਿਗਰੀ ਤੇ ਉਬਲਦਾ ਹੈ। ਜੇ 99 ਡਿਗਰੀ ਤੇ ਤੁਸੀਂ ਪਾਣੀ ਦਾ ਥੱਲੇ ਦਾ ਸਵਿਚ ਗੈਸ ਦਾ ਬੰਦ ਕਰ ਦੋਗੇ ਤਾਂ ਪਾਣੀ ਨਹੀਂ ਉਬਲੇਗਾ। ਪਾਣੀ ਉਬਾਲਣ ਵਾਸਤੇ ਤੁਹਾਨੂੰ 100 ਡਿਗਰੀ ਪੂਰੇ ਕਰਨੇ ਪੈਣਗੇ। ਛੋਟੀ ਜਿਹੀ ਚੀਟੀ ਵੀ ਜਿਸ ਵਕਤ ਦਾਣਾ ਲੈ ਕੇ ਮੂੰਹ ਦੇ ਵਿੱਚ ਇੱਕ ਚੀਨੀ ਦਾ ਉੱਤੇ ਤੁਰਦੀ ਹੈ ਤੇ ਕਈ ਵਾਰ ਡਿੱਗਦੀ ਹੈ, ਲੇਕਿਨ ਅਸੀਂ ਪੜ੍ਹਿਆ ਵੀ ਹੈ, ਅਸੀਂ ਸੁਣਿਆ ਵੀ ਹੈ, ਅਸੀਂ ਦੇਖਿਆ ਵੀ ਹੈ, ਆਖਿਰ ਉਹ ਕਾਮਯਾਬ ਹੁੰਦੀ ਹੈ। ਉਹ ਇਸ ਕਰਕੇ ਕਾਮਯਾਬ ਹੁੰਦੀ ਹੈ ਕਿਉਂਕਿ ਉਸਨੇ ਹਿੰਮਤ ਨਹੀਂ ਛੱਡੀ। ਇਸ ਕਰਕੇ ਦੋਸਤੋ, ਜਦ ਵੀ ਜ਼ਿੰਦਗੀ ਦੇ ਅੰਦਰ ਤੁਸੀਂ ਕੋਈ ਵੀ ਕੰਮ ਕਰਨਾ ਚਾਹੋ ਤੇ ਉਹਨੂੰ ਮੁਕੰਮਲ ਤੌਰ ਤੇ ਪੂਰੀ ਤਰੀਕੇ ਨਾਲ ਪੂਰਾ ਕਰੋ। ਤੇ ਦੂਸਰੀ ਚੀਜ਼, ਸਭ ਤੋਂ ਪਹਿਲੇ ਡਿਸੀਜਨ ਲਓ। ਜਿਸ ਵਕਤ ਤੁਸੀਂ ਡਿਸੀਜਨ ਲੈਂਦੇ ਹੈਗੇ ਹੋ ਉਹ ਤੁਹਾਡਾ ਪਹਿਲਾ ਕਦਮ ਹੁੰਦਾ ਹੈ, ਲੇਕਿਨ ਵਾਸਤਵ ਦੇ ਅੰਦਰ ਉਹ ਪਹਿਲਾ ਕਦਮ ਨਹੀਂ ਹੈ। ਜਿਸ ਵਕਤ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹੋ ਤੇ ਫਿਰ ਤੁਸੀਂ ਪਰਖ ਕੇ ਵੇਖੋ ਤੇ ਉਹ ਪਹਿਲਾ ਕਦਮ ਐਕਚੁਅਲੀ ਵਿੱਚ ਆਖਰੀ ਕਦਮ ਸੀਗਾ। ਜੇ ਤੁਸੀਂ ਪਹਿਲਾ ਕਦਮ ਚੁੱਕਿਆ ਹੀ ਨਾ ਹੁੰਦਾ ਤੇ ਤੁਸੀਂ ਆਪਣੀ ਮੰਜ਼ਿਲ ਤੱਕ ਕਦੀ ਵੀ ਨਾ ਪਹੁੰਚਦੇ। ਸੋ ਇਹ ਸੀਗਾ ਮੇਰਾ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਸਫ਼ਰ। ਉਮੀਦ ਕਰਨਾ ਇਹਦੇ ਨਾਲ ਆਪ ਨੂੰ ਕੁਛ ਨਾ ਕੁਛ ਇੰਸਪੀਰੇਸ਼ਨ ਜ਼ਰੂਰ ਮਿਲੀ ਹੋਏਗੀ। ਜੇ ਮਿਲੀ ਹੈ ਤੇ ਅੱਜ ਹੀ ਨਿਸ਼ਚੈ ਕਰੋ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਸੀਗੇ ਕਿ ਯੈਸ ਵੀ ਕੈਨ ਡੂ ਇਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।